ਲੇਟੈਸਟ ਅਪਡੇਟ ਦੇ ਲਈ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ। ਏਅਰਵੇਬਿਲ ਨੂੰ ਕਿਵੇਂ ਤਿਆਰ ਕਰੀਏ? ਇਹ ਪੇਸ਼ਕਾਰੀ JBS ਅਕੈਡਮੀ ਦੁਆਰਾ ਤਿਆਰ ਕੀਤੀ ਗਈ ਇੱਕ ਟਿਊਟੋਰੀਅਲ ਹੈ ਜੋ ਉਪਭੋਗਤਾਵਾਂ ਦੀ ਸੂਖਮਤਾ ਸਿੱਖਣ ਵਿੱਚ ਸਹਾਇਤਾ ਕਰਦੀ ਹੈ। ਏਅਰਵੇਬਿਲ ਤਿਆਰ ਕਰ ਰਿਹਾ ਹੈ ਇਹ ਸਾਧਾਰਨ ਦਿਸ਼ਾ ਨਿਰਦੇਸ਼ ਅਤੇ ਖਾਸ ਵੇਰਵੇ ਜੋ ਭੂਗੋਲਿਕ ਜਾਂ ਕਾਨੂੰਨੀ ਜ਼ਰੂਰਤਾਂ ਕਾਰਨ ਵੱਖਰੇ ਹੋ ਸਕਦੇ ਹਨ। ਏਅਰਵੇਬਿਲ ਏਅਰਲਾਈਨ ਦੇ ਆਧਾਰਿਤ ਏਜੰਟ ਦੁਆਰਾ ਜਾਰੀ ਕੀਤਾ ਗਿਆ ਸਭ ਤੋਂ ਮਹੱਤਵਪੂਰਨ ਦਸਤਾਵੇਜ਼। ਇਹ ਇੱਕ ਗੈਰ ਗੱਲਬਾਤਯੋਗ ਆਵਾਜਾਈ ਦਸਤਾਵੇਜ਼ ਹੈ ਜੋ ਹਵਾਈ ਅੱਡੇ ਤੋਂ ਮਾਲ ਦੀ ਟਰਾਂਸਪੋਰਟ ਨੂੰ ਕਵਰ ਕਰਦਾ ਹੈ। ਏਅਰਵੇਬਿਲ ਮੁਕੰਮਲ ਹੋਣ ਤੋਂ ਬਾਅਦ ਮਾਲ ਦੀ ਰਸੀਦ ਤੇ ਮਾਲ ਏਅਰ ਕੈਰੇਜ ਲਈ ਜਾਰੀ ਕੀਤਾ ਜਾਂਦਾ ਦੇਸ਼ ਦੀ ਨਿਰਯਾਤ ਕਸਟਮ ਰਸਮਾਂ ਨੰਬਰ ਰਾਖਵੇਂ ਕਸਟਮ ਬ੍ਰੋਕਰ ਨੂੰ ਪਹਿਲਾਂ ਤੋਂ ਦੇ ਦਿੱਤੇ ਜਾਂਦੇ ਹਨ। ਇਹ ਇੱਕ ਦਸਤਾਵੇਜ਼ ਹੈ ਜੋ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ, ਭੇਜਣ ਅਤੇ ਇਸ ਨੂੰ ਟਰੈਕ ਕਰਨ ਦੀ ਆਗਿਆ ਦਿੰਦਾ ਹੈ। ਏਅਰਵੇਬਿਲ ਦੀਆਂ ਕਈ ਕਾਪੀਆਂ ਹਨ ਤਾਂ ਜੋ ਸਾਰੀਆਂ ਪਾਰਟੀਆਂ ਮਾਲ ਵਿੱਚ ਸ਼ਾਮਲ ਇਸ ਦਾ ਦਸਤਾਵੇਜ਼ ਦੇ ਸਕਣ। ਏਅਰਵੇਬਿਲ AWB ਜਾਂ ਏਅਰ ਖੇਪ ਨੋਟ ਇੱਕ ਅੰਤਰਰਾਸ਼ਟਰੀ ਏਅਰਲਾਈਨ ਦੁਆਰਾ ਜਾਰੀ ਕੀਤੀ ਗਈ ਰਸੀਦ ਹੈ। ਏਅਰਵੇਬਿਲ ਦੁਆਰਾ ਮਾਲ ਦੀ ਆਵਾਜਾਈ ਲਈ ਨਿਯੁਕਤ ਕਾਰਗੋ ਏਜੰਟ ਅਤੇ ਇਸ ਦੇ ਇਕਰਾਰਨਾਮੇ ਦੇ ਸਬੂਤ ਪੇਸ਼ ਕਰਦਾ ਹੈ। ਮਾਸਟਰ ਏਅਰਵੇਬਿਲਸ ਦੇ ਕੋਰ 11 ਅੰਕਾਂ ਦੇ ਨੰਬਰ ਹਨ ਜਿਨ੍ਹਾਂ ਦੀ ਵਰਤੋਂ ਬੁਕਿੰਗ ਜਾਂ ਚੈਕਿੰਗ ਕਰਨ ਲਈ ਕੀਤੀ ਜਾ ਸਕਦੀ ਹੈ। ਸਪੁਰਦੀ ਦੀ ਸਥਿਤੀ ਅਤੇ ਮਾਲ ਦੀ ਮੌਜੂਦਾ ਸਥਿਤੀ ਪਹਿਲੇ 3 ਅੰਕ ਏਅਰਲਾਈਨ ਕੋਡ ਹਨ। ਨੰਬਰਿੰਗ ਕ੍ਰਮ ਹੈ। ਸੰਖਿਆ ਕ੍ਰਮ ਆਮ ਤੌਰ ਤੇ 3 ਅੰਕ, 4 ਅੰਕ ਅਤੇ 4 ਅੰਕ ਹੁੰਦਾ ਹੈ। ਇਹ ਹਰੇਕ ਲਈ ਵਿਲੱਖਣ ਹੈ। ਖਾਸ ਮਾਲ ਇੱਥੇ AWB ਪੇਸ਼ ਕਰਨਾ ਹੈ। ਅੰਤਰਰਾਸ਼ਟਰੀ ਹਵਾਈ ਆਵਾਜਾਈ ਦੇ ਨਾਲ-ਨਾਲ ਇਹ 2 ਰੂਪਾਂ ਵਿੱਚ ਉਪਲਬਧ ਹਨ, ਜਿਵੇਂ ਏਅਰਲਾਈਨ ਲੋਗੋ, ਏਅਰਵੇਬਿਲ ਅਤੇ ਨਿਰਪੱਖ ਹਵਾ ਨਾਲ ਲੈਸ ਹੈ। ਆਮ ਤੌਰ ਤੇ ਏਅਰਲਾਈਨ ਏਅਰਵੇਬਿਲ IATA ਏਅਰਲਾਈਨਸ ਦੁਆਰਾ IATA ਕਾਰਗੋ ਏਜੰਟਾਂ ਨੂੰ ਵੰਡੇ ਜਾਂਦੇ ਹਨ, ਪਰ ਹੁਣ ਇਹ ਦਿਨ ਨਿਰਪੱਖ ਏਅਰਵੇਬਿਲ ਜਾਂ ਏਅਰਵੇਜ਼ ਬਿੱਲ ਦੀ ਵਰਤੋਂ ਕੀਤੀ ਜਾ ਰਹੀ ਹੈ। ਏਅਰਵੇ ਦੇ ਬਿੱਲਾਂ ਦੀਆਂ ਮਹੱਤਵਪੂਰਨ ਕਾਪੀਆਂ ਹਨ। ਪਹਿਲੀਆਂ 3 ਕਾਪੀਆਂ ਨੂੰ ਮੂਲ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਮੂਲ 1 ਜਾਰੀ ਕਰਨ ਵਾਲੀ ਕੈਰੀਅਰ ਦੀ ਕਾਪੀ ਹੈ। ਮੂਲ 2 ਭੇਜਣ ਵਾਲੇ ਦੀ ਕਾਪੀ ਹੈ। ਮੂਲ 3 ਸ਼ਿਪਰ ਦੀ ਕਾਪੀ ਹੈ। ਕਾਪੀਆਂ ਨੰਬਰ 4, 5, 6, 7 ਡਿਲੀਵਰੀ ਰਸੀਦ ਲਈ ਹਨ। ਮੰਜ਼ਿਲ ਦੇ ਹਵਾਈ ਅੱਡੇ ਲਈ ਤੀਜਾ ਕੈਰੀਅਰ, ਦੂਜੇ ਕੈਰੀਅਰ ਅਤੇ ਨਕਲ ਨੰਬਰ 8 ਉਮਰ ਦੇ ਲਈ ਹੈ। ਜਾਣਕਾਰੀ ਛਾਪਣਾ ਸਭ ਤੋਂ ਵਧੀਆ ਹੈ ਤਾਂ ਜੋ ਇਹ ਸਪਸ਼ਟ ਅਤੇ ਪੜ੍ਹਨ ਵਿੱਚ ਆਸਾਨ ਹੋਵੇ, ਪਰ ਜੇ ਤੁਹਾਨੂੰ ਏਅਰਵੇਬਿਲ ਨੂੰ ਹੱਥੋਂ ਲਿਖਣ ਦੀ ਜ਼ਰੂਰਤ ਹੈ ਤਾਂ ਇਹ ਸੁਨਿਸ਼ਚਿਤ ਕਰੋ ਕਿ ਵੇਰਵੇ ਸਾਰਿਆਂ ਦੇ ਪੜ੍ਹਨ ਯੋਗ ਹਨ। ਇਹ ਕੈਰੀਅਰ ਦੀ ਨਿਰਵਿਘਨ ਸਪੁਰਦੀ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਕਰੇਗਾ। ਹਾਲਾਂਕਿ ਇਹ ਇੱਕ ਮਾਰਕੀਟ ਨਹੀਂ ਹੈ, ਅਭਿਆਸ ਕਰੋ ਕਿਉਂਕਿ ਹਰ ਚੀਜ਼ ਆਨਲਾਈਨ ਜਾਂ ਕੰਪਿਊਟਰਾਈਜ਼ਡ ਹੈ। ਏਅਰਵੇਬਿਲ ਤਿਆਰ ਕਰਦੇ ਸਮੇਂ ਕਿਰਪਾ ਕਰਕੇ ਇਹ ਦਿਸ਼ਾ ਨਿਰਦੇਸ਼ ਯਾਦ ਰੱਖੋ। ਵੇਰਵੇ ਭਰਨ ਲਈ ਤੁਹਾਡੇ ਨਾਲ ਰੱਖਣ ਲਈ ਮਹੱਤਵਪੂਰਨ ਦਸਤਾਵੇਜ਼। ਪਹਿਲਾ, ਇਨਵੌਇਸ। ਦੂਸਰਾ, ਵਿਅਕਤੀਗਤ ਪੈਕੇਜਾਂ ਦੇ ਵਿਸਤ੍ਰਿਤ ਆਕਾਰ ਅਤੇ ਭਾਰਾਂ ਦੇ ਨਾਲ ਪੈਕਿੰਗ ਸੂਚੀ। ਤੀਸਰਾ, ਕ੍ਰੈਡਿਟ ਲੈਟਰ ਜਾਂ ਸ਼ਿਪਰ ਦਾ ਨਿਰਦੇਸ਼ ਪੱਤਰ। ਚੌਥਾ, ਏਅਰਲਾਈਨ ਦੀ ਫਲਾਈਟ ਬੁਕਿੰਗ ਦਾ ਵੇਰਵਾ। ਸ਼ਿਪਰ। IEC ਆਯਾਤ ਨਿਰਯਾਤ ਕੋਡ। ਰਜਿਸਟ੍ਰੇਸ਼ਨ ਦੇ ਅਨੁਸਾਰ ਸ਼ਿਪਰ ਦੇ ਵੇਰਵੇ ਜੋ ਹੋਣੇ ਚਾਹੀਦੇ ਹਨ ਇਨਵੌਇਸ ਦੇ ਵੇਰਵਿਆਂ ਨਾਲ ਵੀ ਮੇਲ ਖਾਣੇ ਚਾਹੀਦੇ ਹਨ ਕਿਉਂਕਿ ਇਹ ਦਾਖਲ ਹੋਣਾ ਹੈ। ਹਾਲਾਂਕਿ ਵਿੱਚ ਤੀਜੀ ਧਿਰ ਦੇ ਨਿਰਯਾਤ ਦੇ ਮਾਮਲੇ ਵਿੱਚ ਇਹ ਤੀਜੀ ਧਿਰ ਦਾ ਖਾਤਾ ਦਿਖਾ ਕੇ ਵੱਖਰਾ ਹੋ ਸਕਦਾ ਹੈ। ਇਸ ਲਈ ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਐਕਸਪੋਰਟਰ ਦੇ ਸਾਰੇ ਸੰਪਰਕ ਵੇਰਵੇ, ਨਾਮ ਅਤੇ ਪਤਾ, ਪਿਨ ਕੋਡ, ਫੋਨ ਨੰਬਰ ਅਤੇ ਈਮੇਲ ID ਸਹੀ ਦਾਖਲ ਕੀਤੇ ਗਏ ਹੋਣ। ਮਾਲ ਭੇਜਣ ਵਾਲਾ। ਇੱਥੇ ਨਿਰਯਾਤ ਇਨਵੌਇਸ ਦੇ ਅਨੁਸਾਰ ਆਯਾਤ ਕਰਨ ਵਾਲੇ ਦੇ ਵੇਰਵੇ ਦਰਜ ਕਰੋ। ਲੈਟਰ ਆਫ ਕ੍ਰੈਡਿਟ ਦੇ ਅਧੀਨ ਮਾਲ ਨੂੰ ਬੈਂਕ ਨੂੰ ਭੇਜਿਆ ਜਾ ਸਕਦਾ ਹੈ। ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਆਯਾਤ ਕਰਨ ਵਾਲੇ ਦੇ ਸਾਰੇ ਸੰਪਰਕ ਵੇਰਵੇ ਦਾ ਨਾਮ ਅਤੇ ਪਤਾ, ਦਰਾਮਦਕਾਰ, ਪਿਨ ਕੋਡ,
ਫੋਨ ਨੰਬਰ ਅਤੇ ਈਮੇਲ ਆਈਡੀ ਸਹੀ ਹਨ। ਸਲਾਹਕਾਰ ਦੇ ਫੋਨ ਨੰਬਰ ਅਤੇ ਈਮੇਲ ਦੇ ਪਤੇ ਦਾ ਜ਼ਿਕਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਸਿਫਾਰਸ਼ੀ ਅਭਿਆਸ ਹੈ। ਕੈਰੀਅਰ ਏਜੰਟ ਦਾ ਨਾਮ ਅਤੇ ਸ਼ਹਿਰ ਜਾਰੀ ਕਰਨਾ। ਕਿਰਪਾ ਕਰਕੇ ਏਜੰਟ ਦੇ ਵੇਰਵੇ ਦਾ ਇੱਥੇ ਜ਼ਿਕਰ ਕਰੋ। ਏਜੰਟ ਦਾ IATA ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਕੋਡ। IATA ਹਰੇਕ ਏਜੰਟ ਨੂੰ ਉਹਨਾਂ ਦੀ ਪਛਾਣ ਲਈ ਇੱਕ ਕੋਡ ਪ੍ਰਦਾਨ ਕਰਦਾ ਹੈ। IATA ਏਜੰਟ ਦੀਆਂ ਜ਼ਰੂਰਤਾਂ ਵਿੱਚ ਸ਼ਾਮਲ ਹੋਣਾ ਇਸ ਕਾਮਲ ਵਿੱਚ ਉਸ ਕੋਡ ਦਾ ਜ਼ਿਕਰ ਕਰਨ ਲਈ ਜਿਵੇਂ ਕਿ 14030288। ਖਾਤਾ ਨੰਬਰ। ਖਾਤਾ ਨੰਬਰ ਜੇ ਕੈਰੀਅਰ ਦੁਆਰਾ ਦਿੱਤਾ ਗਿਆ ਹੈ ਜਿਸ ਦਾ ਇਸ ਕਾਲਮ ਵਿੱਚ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਰਵਾਨਗੀ ਦਾ ਹਵਾਈ ਅੱਡਾ। ਏਅਰਪੋਰਟ ਦੇ ਸ਼ਹਿਰ ਨੂੰ ਨੋਟ ਕਰੋ ਜਿੱਥੇ ਖੇਪ ਰਵਾਨਾ ਹੋਵੇਗੀ। ਇਹ ਇਨਵੌਇਸ ਤੇ ਦਿੱਤਾ ਗਿਆ ਹੈ। ਕਿਰਪਾ ਕਰਕੇ ਵੇਰਵਿਆਂ ਦਾ ਇੱਥੇ ਜ਼ਿਕਰ ਕਰੋ। ਹਵਾਈ ਅੱਡੇ ਦਾ ਸ਼ਹਿਰ ਅਹਿਮਦਾਬਾਦ ਜਾਂ ਮੁੰਬਈ ਵਾਂਗ ਲਿਖਿਆ ਜਾਣਾ ਹੈ। ਤੁਸੀਂ IATA ਲਿਖ ਸਕਦੇ ਹੋ। ਇੱਥੇ 3 ਅੱਖਰ ਕੋਡ ਵੀ ਹਨ ਪਰ MD ਦੀ ਬਜਾਏ ਪੂਰਾ ਲਿਖਣ ਦੀ ਸਿਫਾਰਸ਼ ਕੀਤੀ ਗਈ ਹੈ। ਰੂਟਿੰਗ ਅਤੇ ਮੰਜ਼ਿਲ। ਰੂਟਿੰਗ ਇੱਕ ਮੰਜ਼ਿਲ ਤੇ ਪਹੁੰਚਣ ਦਾ ਸਭ ਤੋਂ ਵਧੀਆ ਤਰੀਕਾ ਲੱਭ ਰਿਹਾ ਹੈ। ਇਸ ਲਈ ਉੱਥੇ ਹਵਾਈ ਮਾਲ ਵਿੱਚ ਇੱਕ ਤੋਂ ਵੱਧ ਸਟਾਪ ਪੁਆਇੰਟ ਹੋ ਸਕਦੇ ਹਨ। ਇਹੀ ਕਾਰਨ ਹੈ ਕਿ ਇਸ ਭਾਗ ਵਿੱਚ 2 ਕਾਲਮ ਪ੍ਰਦਾਨ ਕੀਤੇ ਗਏ ਹਨ। ਸਥਾਨ ਦਾ ਨਾਮ, ਕੈਰੀਅਰ ਦਾ ਨਾਮ। ਇਹ ਜਾਣਕਾਰੀ ਤੁਸੀਂ ਏਅਰਲਾਈਨ ਤੋਂ ਪ੍ਰਾਪਤ ਕਰੋਗੇ ਜਿਵੇਂ ਕਿ to DXB by EK ਜਾਂ to LHR by EK। ਮੰਜ਼ਿਲ ਦਾ ਹਵਾਈ ਅੱਡਾ। ਏਅਰਪੋਰਟ ਡੈਸਟੀਨੇਸ਼ਨ ਦਾ ਚਲਾਨ ਵਿੱਚ ਜ਼ਿਕਰ ਕੀਤਾ ਗਿਆ ਹੈ। ਕਿਰਪਾ ਕਰਕੇ ਚਲਾਨ ਤੋਂ ਇੱਥੇ ਵੇਰਵਾ ਦਾਖਲ ਕਰੋ। IATA ਨੇ ਦੁਨੀਆ ਦੇ ਹਰੇਕ ਏਅਰਪੋਰਟ ਲਈ 3 ਵਰਣਮਾਲਾ ਕੋਡ ਨੋਟੀਫਾਈ ਕੀਤੇ ਹਨ ਅਤੇ ਇਸ ਦੀ ਵਰਤੋਂ ਕੀਤੀ ਜਾਣੀ ਹੈ ਜਾਂ ਤੁਸੀਂ ਪੂਰੇ ਸ਼ਹਿਰ ਦਾ ਨਾਮ ਲਿਖ ਸਕਦੇ ਹੋ ਜਿਵੇਂ ਟੋਰਾਂਟੋ। ਉਡਾਨ ਜਾਂ ਤਾਰੀਖ। ਫਲਾਈਟ ਜਾਂ ਮਿਤੀ ਦੇ ਇਹ ਵੇਰਵੇ ਏਅਰਲਾਈਨਸ ਕੰਪਨੀ ਦੇ ਆਧਾਰ ਤੇ ਵੱਖੋ ਵੱਖਰੇ ਹੁੰਦੇ ਹਨ। ਕਿਰਪਾ ਕਰਕੇ ਏਅਰਲਾਈਨਸ ਦੇ ਹਵਾਲੇ ਨਾਲ ਉਡਾਨ ਜਾਂ ਮਿਤੀ ਦੇ ਵੇਰਵੇ ਇੱਥੇ ਲਿਖੋ। ਲੇਖਾਕਾਰੀ ਜਾਣਕਾਰੀ। ਇਸ ਖੇਤਰ ਵਿੱਚ ਕੋਈ ਖਾਸ ਲੇਖਾਕਾਰੀ ਜਾਣਕਾਰੀ ਉਦਾਹਰਣ ਲਈ ਭੁਗਤਾਨ ਦੀ ਵਿਧੀ, ਮਾਲ ਤਿਆਰੀ ਜਾਂ ਅਦਾਇਗੀ, ਸੇਵਾ ਕਿਸਮ ਦਾ ਪੱਧਰ ਜਿਵੇਂ EXW, ਐਕਸ ਵਰਕਰਸ ਜਾਂ ਏਅਰਪੋਰਟ ਤੋਂ ਏਅਰਪੋਰਟ ਮਿਆਰੀ ਸੇਵਾ। ਮੁਦਰਾ। ਇਸ ਕਾਲਮ ਵਿੱਚ ਤੁਹਾਨੂੰ ਮੂਲ ਦੇਸ਼ ਦਾ ਮੁਦਰਾ ਕੋਡ ਦਰਜ ਕਰਨ ਦੀ ਜ਼ਰੂਰਤ ਹੈ। ਲਿਖਿਆ ਜਾਵੇ ਨੋਟ। ਮਾਸਟਰ ਏਅਰਵੇਬਲ ਦੇ IATA ਨਿਯਮਾਂ ਦੇ ਅਨੁਸਾਰ ਹਮੇਸ਼ਾ ਮੁਦਰਾ ਕੋਡ ਦਾ ਜ਼ਿਕਰ ਕਰੋ ਜਿੱਥੇ ਇਹ ਤਿਆਰ ਕੀਤਾ ਜਾਂਦਾ ਹੈ। ਉਦਾਹਰਣ ਵਜੋਂ ਜੇ ਮਾਲ ਭਾਰਤ ਤੋਂ ਹੈ ਤਾਂ INR ਦੀ ਵਰਤੋਂ ਕਰੋ। ਏਅਰਵੇਬਲ ਲਈ ਤੁਸੀਂ ਮੁਦਰਾ ਕੋਡ ਵੀ ਲਿਖ ਸਕਦੇ ਹੋ ਜਿੱਥੇ ਇਹ ਤਿਆਰ ਕੀਤਾ ਗਿਆ ਹੈ। ਇਸ ਕਾਲਮ ਨੂੰ ਮੁਦਰਾ ਕੋਡ ਨਾਲ ਭਰੋ ਜੋ ਚਲਾਨ ਤੇ ਉਪਲਬਧ ਹੈ। ਖਰਚੇ CHGS ਕੋਡ। ਇਸ ਕਾਲਮ ਵਿੱਚ ਤੁਹਾਨੂੰ ਚਾਰਜ ਕੋਡ ਦਰਜ ਕਰਨ ਦੀ ਜ਼ਰੂਰਤ ਹੈ ਜੋ ਕਿ ਇੱਥੇ ਦਰਸਾਉਣਾ ਹੈ ਭੁਗਤਾਨ ਕੀਤਾ ਜਾਣਾ ਹੈ। ਕਿਰਪਾ ਕਰਕੇ ਇੱਥੇ ਪ੍ਰੀਪੇਡ ਲਈ P ਅਤੇ ਇਕੱਤਰ ਕਰਨ ਲਈ C ਦਾਖਲ ਕਰੋ। WT ਜਾਂ ਵੈਲ ਚਾਰਜ। ਵਜ਼ਨ ਜਾਂ ਵੌਲੀ ਖਰਚੇ ਵੀ ਪ੍ਰੀਪੇਡ ਜਾਂ ਇਕੱਤਰ ਕਰਨ ਦੇ ਆਧਾਰ ਤੇ ਹਨ। ਇਹ ਦੱਸਣਾ ਨਿਸ਼ਚਿਤ ਕਰੋ ਕਿ ਕੀ ਭਾੜਾ ਇਕੱਠਾ ਕਰਨ ਦੇ ਆਧਾਰ ਤੇ ਹੈ ਜਾਂ ਪ੍ਰੀਪੇਡ ਆਧਾਰ ਤੇ ਹੈ। ਇਹ ਨਿਰਧਾਰਤ ਕਰਦਾ ਹੈ ਜਿੱਥੇ ਆਵਾਜਾਈ ਦਾ ਭੁਗਤਾਨ ਕੀਤਾ ਜਾਵੇਗਾ, ਮੂਲ ਜਾਂ ਮੰਜ਼ਿਲ ਤੇ। ਪ੍ਰੀਪੇਡ ਦਾ ਮਤਲਬ ਇਹ ਨਹੀਂ ਹੈ ਕਿ ਇਹ ਭਾੜੇ ਤਾਂ ਪਹਿਲਾਂ ਹੀ ਭੁਗਤਾਨ ਕੀਤਾ ਜਾ ਚੁੱਕਾ ਹੈ। ਇਸ ਦਾ ਸਿਰਫ ਇਹ ਮਤਲਬ ਹੈ ਕਿ ਇਸ ਦਾ ਭੁਗਤਾਨ ਕੀਤਾ ਜਾਵੇਗਾ। ਕਿਰਪਾ ਕਰਕੇ JBS ਅਕੈਡਮੀ ਦੇ YouTube ਤੇ ਵਜ਼ਨ ਦੀ ਗਣਨਾ ਦੀ ਵਿਆਖਿਆ ਕਰਦੇ ਹੋਏ ਵੱਖਰਾ ਵੀਡੀਓ ਵੇਖੋ ਅਤੇ ਵਾਲੀਅਮ ਖਰਚਿਆਂ ਦੀ ਗਣਨਾ। ਹੋਰ ਖਰਚੇ ਵੀ ਅਦਾਇਗੀਸ਼ੁਦਾ ਜਾਂ ਇਕੱਤਰ ਕਰਨ ਦੇ ਆਧਾਰ ਤੇ ਹੁੰਦੇ ਹਨ।
ਕੈਰੇਜ ਲਈ ਘੋਸ਼ਿਤ ਮੁੱਲ। ਕਿਰਪਾ ਕਰਕੇ ਵਪਾਰਕ ਇਨਵੌਇਸ ਤੋਂ ਕੈਰੇਜ ਲਈ ਘੋਸ਼ਿਤ ਮੁੱਲ ਦਾਖਲ ਕਰੋ। ਜੇ ਉਪਲਬਧ ਨਾ ਹੋਵੇ, ਕਿਰਪਾ ਕਰਕੇ NVD ਕੋਈ ਮੁੱਲ ਘੋਸ਼ਿਤ ਨਹੀਂ ਦਰਜ ਕਰੋ। ਇਸ ਦੇ ਲਈ ਮੁੱਲ ਲਿਖਣਾ ਲਾਜ਼ਮੀ ਨਹੀਂ ਹੈ, ਹਾਲਾਂਕਿ ਇੱਕ ਕੀਮਤੀ ਖੇਪ ਦੇ ਮਾਮਲੇ ਵਿੱਚ ਇਹ ਘੋਸ਼ਿਤ ਕਰਨ ਦੀ ਸਿਫਾਰਿਸ਼ ਕੀਤੀ ਗਈ ਪ੍ਰੈਕਟਿਸ ਹੈ। ਕੈਰੇਜ ਅਤੇ ਏਅਰਲਾਈਨ ਦਾ ਮੁੱਲ। ਕੈਰੇਜ ਲਈ ਘੋਸ਼ਿਤ ਮੁੱਲ। ਕਸਟਮ ਲਈ ਘੋਸ਼ਿਤ ਮੁੱਲ। ਕਸਟਮਜ਼ ਲਈ ਕੁੱਲ ਘੋਸ਼ਿਤ ਮੁੱਲ ਨਿਰਯਾਤ ਇਨਵੌਇਸ ਮੁੱਲ ਹੋ ਸਕਦਾ ਹੈ। ਕਿਰਪਾ ਕਰਕੇ ਵਪਾਰਕ ਇਨਵੌਇਸ ਤੋਂ ਕੈਰੇਜ ਲਈ ਘੋਸ਼ਿਤ ਮੁੱਲ ਦਾਖਲ ਕਰੋ। ਜੇ ਉਪਲਬਧ ਨਾ ਹੋਵੇ, ਕਿਰਪਾ ਕਰਕੇ NVC ਕਸਟਮਜ਼ ਲਈ ਕੋਈ ਮੁੱਲ ਨਹੀਂ ਦਾਖਲ ਕਰੋ, ਜਾਂ NVD ਕੋਈ ਮੁੱਲ ਘੋਸ਼ਿਤ ਨਹੀਂ ਕੀਤਾ ਗਿਆ। ਇਹ ਨਹੀਂ ਹੈ, ਰਕਮ ਲਿਖਣੀ ਲਾਜ਼ਮੀ ਹੈ। ਬੀਮੇ ਦੀ ਮਾਤਰਾ। ਕਿਰਪਾ ਕਰਕੇ ਨੋਟ ਕਰੋ ਕਿ ਜੇ ਕੈਰੀਅਰ ਦੇ ਬੀਮੇ ਦੀ ਪੇਸ਼ਕਸ਼ ਕੀਤੀ ਹੈ ਅਤੇ ਪੇਸ਼ ਕੀਤਾ ਬੀਮਾ ਇਸ ਨੂੰ ਪੂਰਾ ਕਰਦਾ ਹੈ, ਏਅਰਵੇਬਲ ਦੇ ਉਲਟ ਪਾਸੇ ਦੱਸੇ ਗਏ ਨਿਯਮ ਅਤੇ ਸ਼ਰਤਾਂ ਕਿਰਪਾ ਕਰਕੇ ਲਿਖੋ। ਇੱਥੇ ਬੀਮਾ ਕੀਤੀ ਸਹੀ ਰਕਮ ਨੂੰ ਘਟਾਓ। ਬੀਮੇ ਦੀ ਮਾਤਰਾ ਸ਼ਿਪਰ ਵੇਰਵਿਆਂ ਵਿੱਚ ਪਾਈ ਜਾ ਸਕਦੀ ਹੈ। ਹਾਲਾਂਕਿ ਭਾਰਤ ਵਿੱਚ ਏਅਰਲਾਈਨਸ ਨਹੀਂ ਹਨ, ਇਸ ਲਈ ਲਾਗੂ ਨਾ ਹੋਣ ਵਾਲੀ ਇਸ ਜਗ੍ਹਾ ਨੂੰ ਖਾਲੀ ਛੱਡ ਦਿਓ। ਹੈਂਡਲਿੰਗ ਜਾਣਕਾਰੀ। ਹੈਂਡਲਿੰਗ ਜਾਣਕਾਰੀ ਚਲਾਨ ਅਤੇ ਪੈਕਿੰਗ ਸੂਚੀ ਦੇ ਉਪਲਬਧ ਹੋਵੇਗੀ। ਕਿਰਪਾ ਕਰਕੇ ਚਲਾਨ ਅਤੇ ਪੈਕਿੰਗ ਸੂਚੀ ਵਿੱਚੋਂ ਨਿਸ਼ਾਨ ਅਤੇ ਨੰਬਰ ਇੱਥੇ ਦਾਖਲ ਕਰੋ, ਜਾਂ ਤੁਸੀਂ ਹੈਂਡਲਿੰਗ ਦੀ ਖਾਸ ਹਦਾਇਤ ਦੇ ਸਕਦੇ ਹੋ। ਸਹੀ ਸਥਿਤੀ ਬਣਾਈ ਰੱਖੋ ਜਾਂ ਜ਼ਰੂਰੀ ਦਵਾਈ ਲਈ 24x7 ਸੰਪਰਕ ਵੇਰਵੇ ਆਦਿ ਲਿਖੋ। ਟੁਕੜਿਆਂ ਦੀ ਗਿਣਤੀ RCP। ਪੀਸੀਜ਼ ਕੈਰੀਅਰ ਨੂੰ ਲਿਜਾਣ ਲਈ ਟੁਕੜਿਆਂ ਦੀ ਗਿਣਤੀ ਜਾਂ ਪੈਲੇਟਸ ਦੀ ਗਿਣਤੀ ਦਰਜ ਕਰੋ। ਕਿਰਪਾ ਕਰਕੇ ਇਨਵੌਇਸ ਅਤੇ ਪੈਕਿੰਗ ਸੂਚੀ ਵਿੱਚ ਉਪਲਬਧ ਟੁਕੜਿਆਂ ਦੀ ਸੰਖਿਆ ਇੱਥੇ ਦਾਖਲ ਕਰੋ। ਉਦਾਹਰਨ ਦੇ ਤੌਰ 'ਤੇ, ਜੇ 8 ਟੁਕੜੇ ਹਨ ਅਤੇ 2 ਪੈਲੇਟਸ ਪੈਕ ਕੀਤੇ ਗਏ ਹਨ ਤਾਂ 8 ਦੀ ਬਜਾਏ 2 ਲਿਖੋ। ਕੁੱਲ ਭਾਰ। ਪੈਕਿੰਗ ਸੂਚੀ ਵਿੱਚ ਜ਼ਿਕਰ ਕੀਤੇ ਕੁੱਲ ਭਾਰ ਨੂੰ ਲਿਖੋ ਜਾਂ ਕਾਰਟਿੰਗ ਦੇ ਸਮੇਂ ਤਸਦੀਕ ਕਰੋ। ਕਾਰਗੋ ਕੰਪਲੈਕਸ ਵਿਖੇ ਮਾਲ, ਜਿਵੇਂ ਕਿ ਹਵਾਈ ਅੱਡੇ 'ਤੇ ਮਾਲ ਦੀ ਸਮੇਂ ਸਿਰ ਪੁਸ਼ਟੀ ਕੀਤੀ ਗਈ ਹੈ। ਕਿਲੋਗ੍ਰਾਮ ਜਾਂ ਪੌਂਡ। ਇਹ ਵਰਤੋਂ ਕੀਤੀ ਜਾਣ ਵਾਲੀ ਭਾਰ ਇਕਾਈ ਹੈ। ਕਿਰਪਾ ਕਰਕੇ ਮੂਲ ਰੂਪ ਤੋਂ ਸਥਾਨਕ ਦੇਸ਼ ਦੇ ਨਿਯਮਾਂ ਦੀ ਜਾਂਚ ਕਰੋ। ਸਿਸਟਮ ਦੀ ਪਾਲਣਾ ਕੀਤੀ ਗਈ ਉਦਾਹਰਨ ਵਜੋਂ ਮੈਟ੍ਰਿਕ ਸਿਸਟਮ ਕਿਲੋਗ੍ਰਾਮ ਜਾਂ ਇੰਪੀਰੀਅਲ ਸਿਸਟਮ LBS ਦਾਖਲ ਕਰੋ। ਆਪਣੇ ਦੇਸ਼ ਦੇ ਨਿਯਮਾਂ ਦੀ ਪਾਲਣਾ ਕਰੋ ਅਤੇ ਇਸ ਦਾ ਇੱਥੇ ਜ਼ਿਕਰ ਕਰੋ। K ਜਾਂ L ਨੂੰ ਪਤਲੀ ਲਾਈਨ ਵਿੱਚ ਲਿਖੋ। ਦਰ ਦਰਜਾ। ਹੇਠਾਂ ਦਿੱਤੇ ਕੋਡਾਂ ਵਿੱਚੋਂ ਇੱਕ ਦਾਖਲ ਕਰੋ। A M ਘੱਟੋ ਘੱਟ ਚਾਰਜ, B N ਸਾਧਾਰਨ ਦਰ, C Q ਮਾਤਰਾ ਦਰ, D S ਦੀ ਵਿਸ਼ੇਸ਼ ਵਸਤੂ ਦਰ, E R ਕਲਾਸ ਰੇਟ ਕਨੌਟੀ, F C ਕਲਾਸ ਰੇਟ ਸਰਚਾਰਜ, G U ULD ਯੂਨਿਟ ਲੋਡ ਡਿਵਾਈਸ ਬੇਸਿਕ ਚਾਰਜ ਜਾਂ ਰੇਟ, H EULD ਯੂਨਿਟ ਲੋਡ ਡਿਵਾਈਸ ਵਾਧੂ ਰੇਟ, I X ULD ਯੂਨਿਟ ਲੋਡ ਡਿਵਾਈਸ ਵਾਧੂ ਜਾਣਕਾਰੀ। ਕਿਰਪਾ ਕਰਕੇ ਲੋੜਾਂ ਅਨੁਸਾਰ ਉਪਰੋਕਤ ਵਰਣਿਤ ਕਲਾਸਾਂ ਵਿੱਚੋਂ ਇੱਕ ਇੱਥੇ ਦਾਖਲ ਕਰੋ। ਅਸੀਂ ਏਅਰ ਕਾਰਕ ਦੀ ਰੇਟਿੰਗ ਤੇ JBS ਅਕੈਡਮੀ ਦਾ ਇੱਕ ਹੋਰ ਵੀਡੀਓ ਦੇਖਣਾ ਪਸੰਦ ਕਰ ਸਕਦੇ ਹਾਂ। ਵਸਤੂ। ਇਸ ਬਾਕਸ ਨੂੰ ਹੇਠ ਲਿਖੇ ਅਨੁਸਾਰ ਪੂਰਾ ਕਰੋ। ਜਦੋਂ ਇੱਕ SCR ਕੋਡ ਲਾਗੂ ਹੁੰਦਾ ਹੈ, 4 ਅੰਕਾਂ ਵਾਲਾ ਕੋਡ ਦਾਖਲ ਕਰੋ, ਜਿਵੇਂ 2199901 ਦੁਆਰਾ ਪ੍ਰਦਾਨ ਕੀਤਾ ਗਿਆ IATA SCR ਕਮੋਡਿਟੀ ਕੋਡ। ਚਾਰਜ ਕਰਨ ਯੋਗ ਭਾਰ। ਹੇਠ ਲਿਖੇ ਸਮੀਕਰਨ ਤੋਂ ਚਾਰਜਯੋਗ ਭਾਰ ਦੀ ਗਣਨਾ ਕਰੋ। ਇੰਚ ਵਿੱਚ ਗੁਣਾ B
366 MS CMS ਵਿੱਚ ਗੁਣਾ B 6000। ਕਿਰਪਾ ਕਰਕੇ ਇੱਥੇ ਚਾਰਜਯੋਗ ਭਾਰ ਦਾ ਗਣਨਾ ਕੀਤਾ ਮੁੱਲ ਦਾਖਲ ਕਰੋ। ਜੇ ਵੈਲਿਊਮੈਟ੍ਰਿਕ ਭਾਰ ਹੈ, ਕੁੱਲ ਭਾਰ ਤੋਂ ਵੱਧ ਉਪਰੋਕਤ ਗਣਨਾ ਦੇ ਅਨੁਸਾਰ ਚਾਰਜਯੋਗ ਭਾਰ ਲਿਖੋ ਅਤੇ ਜੇ ਵੋਲਿਊਮੈਟ੍ਰਿਕ ਭਾਰ ਕੁੱਲ ਵਜ਼ਨ ਤੋਂ ਘੱਟ ਹੈ ਤਾਂ ਕੁੱਲ ਭਾਰ ਲਿਖੋ। ਜੇ ਤੁਸੀਂ ਬ੍ਰੇਕਵੈਨ ਪੁਆਇੰਟ ਫਾਰਮੂਲੇ ਦੇ ਅਨੁਸਾਰ ਘੱਟ ਭਾੜੇ 'ਤੇ ਯੋਗ ਹੋ ਤਾਂ ਤੁਸੀਂ ਲਾਗੂ ਭਾਰ ਸਲੈਬ ਦੇ ਅਨੁਸਾਰ ਚਾਰਜਯੋਗ ਭਾਰ ਲਿਖੋ ਤੇ ਸਾਡੀ ਵੀਡੀਓ ਵੇਖੋ। ਭਾੜੇ ਦੀ ਗਣਨਾ। ਦਰ ਜਾਂ ਚਾਰਜ, ਰੇਟ ਜਾਂ ਖਰਚੇ ਜੋ ਤੁਸੀਂ ਏਅਰਲਾਈਨਸ ਜਾਂ ਏਅਰਲਾਈਨ ਏਜੰਟ ਤੋਂ ਪ੍ਰਾਪਤ ਕਰੋਗੇ। ਨੋਟ: ਦਰ ਜਾਂ ਖਰਚੇ ਹਮੇਸ਼ਾ ਚਾਰਜ ਕਰਨ ਯੋਗ ਭਾਰ ਨਾਲ ਸੰਬੰਧਿਤ ਹੁੰਦੇ ਹਨ। ਕਿਰਪਾ ਕਰਕੇ ਲੋੜ ਅਨੁਸਾਰ ਇੱਥੇ ਵੇਰਵੇ ਦਾਖਲ ਕਰੋ। ਕੁੱਲ ਅੰਤਮ ਗਣਨਾ ਨਤੀਜਾ ਇਸ ਕਾਲਮ ਵਿੱਚ ਲਿਖਿਆ ਜਾਵੇਗਾ, ਅਰਥਾਤ ਚਾਰਜਯੋਗ ਭਾਰ ਜਾਂ ਦਰ ਕੁੱਲ। ਮਾਲ ਦੀ ਪ੍ਰਕਿਰਤੀ ਅਤੇ ਮਾਤਰਾ। ਕਿਰਪਾ ਕਰਕੇ ਸੰਪੂਰਨ ਵੇਰਵੇ ਦਰਜ ਕਰੋ ਜੋ ਇਨਵੌਇਸ ਅਤੇ ਪੈਕਿੰਗ ਵਿੱਚ ਦਿੱਤੀ ਗਈ ਸੂਚੀ ਨਾਲ ਸ਼ੁਰੂ ਕਰਨ ਲਈ, ਜਿਸ ਵਿੱਚ ਕਿਹਾ ਗਿਆ ਹੈ। ਇਸ ਤੋਂ ਬਾਅਦ ਵਸਤੂ ਜਿਵੇਂ ਇੰਜੀਨੀਅਰਿੰਗ ਸਮਾਨ ਜਾਂ ਫਾਰਮਾਕਿਊਟੀਕਲਸ ਤੇ ਫਿਰ ਲੋੜੀਂਦੀ ਜਾਣਕਾਰੀ ਜੋ ਲੋੜੀਂਦੀ ਨਹੀਂ ਹੈ। ਤੁਸੀਂ ਲਿਖ ਸਕਦੇ ਹੋ। ਇਸ ਕਾਲਮ ਵਿੱਚ ਪੂਰੇ ਚਲਾਨ ਦਾ ਵੇਰਵਾ, ਕਸਟਮ ਕੋਸ਼ਨਾਂ ਦਾ ਹਵਾਲਾ ਜਿਵੇਂ ਕਿ ਨੰਬਰ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਤੇ ਇੱਥੇ ਜ਼ਿਕਰ ਕੀਤਾ ਹੋਣਾ ਚਾਹੀਦਾ ਹੈ। ਕਿਸੇ ਹੋਰ ਸੰਵਿਧਾਨਕ ਕੋਸ਼ਨਾ ਦਾ ਹਵਾਲਾ ਵੀ ਇੱਥੇ ਦਿੱਤਾ ਜਾ ਸਕਦਾ ਹੈ। ਹੋਰ ਖਰਚੇ। ਹੋਰ ਖਰਚੇ ਜਿਵੇਂ ਏਜੰਟਾਂ ਦੇ ਬਕਾਇਆ ਖਰਚੇ, ਕੈਰੀਅਰ ਦੇ ਬਕਾਇਆ ਖਰਚੇ ਇੱਥੇ ਸੂਚੀਬੱਧ ਹਨ। ਵਿਅਕਤੀਗਤ ਤੌਰ 'ਤੇ ਅਤੇ ਇਸ ਦੇ ਕੁੱਲ ਨੂੰ ਬਕਾਇਆ ਕੈਰੀਅਰ ਅਤੇ ਬਕਾਇਆ ਏਜੰਟ ਦੇ ਕੁੱਲ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ। ਵਜ਼ਨ ਚਾਰਜ ਤਿਆਰ ਜਾਂ ਇਕੱਠਾ ਕਰੋ। ਇਸ ਕਾਲਮ ਵਿੱਚ ਕਿਰਪਾ ਕਰਕੇ ਅੰਤਮ ਭਾਰ ਚਾਰਜ ਦਾਖਲ ਕਰੋ। ਭਾੜੇ ਦੇ ਗਣਨਾ ਦੇ ਅਨੁਸਾਰ ਚਾਰਜਯੋਗ WT ਗੁਣਾ ਦਰ। ਇਸ ਨੂੰ ਮਾਲ ਤਿਆਰੀ ਤੇ ਅਦਾਇਗੀ ਦੇ ਨਾਂ, ਸ਼ਿਪਮੈਂਟ ਦੇ ਇਨਕੋਟਮ ਦੇ ਅਨੁਸਾਰ ਕਲੈਕਟ ਸਾਈਟ 'ਤੇ ਲਿਖੋ। ਮੁਲਾਂਕਣ ਚਾਰਜ ਤਿਆਰ ਜਾਂ ਇਕੱਠਾ ਕਰੋ। ਜੇ ਤੁਸੀਂ ਕੈਰੇਜ ਲਈ ਮੁੱਲ ਘੋਸ਼ਿਤ ਕੀਤਾ ਹੈ ਅਤੇ ਜੇ ਏਅਰਲਾਈਨ ਜਾਂ ਏਜੰਟ ਨੇ ਪੁਸ਼ਟੀ ਕੀਤੀ ਹੈ, ਮੁਲਾਂਕਣ ਖਰਚੇ ਫਿਰ ਉਹੀ ਖਰਚੇ ਇੱਥੇ ਦੱਸਿਆ ਜਾਣਾ ਚਾਹੀਦਾ ਹੈ ਅਤੇ ਤੁਸੀਂ ਸੁਰੱਖਿਅਤ ਹੋ। ਕੈਰੀਅਰ ਦੁਆਰਾ STR 22 ਪ੍ਰਤੀ ਕਿਲੋਗ੍ਰਾਮ ਦੀ ਬਜਾਏ ਉਸ ਜ਼ਿਆਦਾ ਮਾਤਰਾ ਵਿੱਚ। ਕਿਰਪਾ ਕਰਕੇ GBS ਅਕੈਡਮੀ ਦੇ UT ਚੈਨਲ 'ਤੇ ਵੱਖਰੀ ਵੀਡੀਓ ਵੇਖੋ ਜਿਸ ਦੀ ਗਣਨਾ ਸਮਝਾਈ ਜਾ ਰਹੀ ਹੈ। ਟੈਕਸ, ਪ੍ਰੀਪੇਡ ਜਾਂ ਕਲੈਕਟ, ਇਸ ਨੂੰ ਖਾਲੀ ਛੱਡ ਦਿਓ। ਕੁੱਲ ਹੋਰ ਚਾਰਜ ਬਕਾਇਆ ਏਜੰਟ, ਪ੍ਰੀਪੇਡ ਜਾਂ ਕਲੈਕਟ। ਏਅਰਵੇ ਬਿੱਲ ਦੇ ਸੱਜੇ ਪਾਸੇ ਆਪਣੀ ਗਣਨਾ ਦੇ ਅਨੁਸਾਰ ਬਕਾਇਆ ਏਜੰਟ ਦੀ ਕੁੱਲ ਗਿਣਤੀ ਲਿਖੋ। ਕੁੱਲ ਹੋਰ ਖਰਚੇ ਬਕਾਇਆ ਕੈਰੀਅਰ, ਪ੍ਰੀਪੇਡ ਜਾਂ ਕਲੈਕਟ। ਕਿਰਪਾ ਕਰਕੇ ਏਅਰਲਾਈਨ ਦੇ ਹੋਰ ਖਰਚੇ ਇੱਥੇ ਦਾਖਲ ਕਰੋ। ਬਕਾਇਆ ਕੈਰੀਅਰ ਦੀ ਕੁੱਲ ਰਕਮ ਇਸ ਤਰ੍ਹਾਂ ਲਿਖੋ। ਸੱਜੇ ਕਾਲਮ ਵਿੱਚ ਗਣਨਾ ਕੀਤੀ ਗਈ ਹੈ। ਕੁੱਲ ਪ੍ਰੀਪੇਡ ਜਾਂ ਇਕੱਤਰ ਕਰੋ। ਜੇ ਤੁਹਾਡੀ ਫਲਾਈਟ ਅਤੇ ਮਾਲ ਦੇ ਤੁਹਾਡੇ ਇਨਕੋਟਮ ਦੇ ਅਨੁਸਾਰ ਹੋਰ ਖਰਚੇ ਹਨ, ਸਾਰੀਆਂ ਇੰਦਰਾਜਾਂ ਨਾਲੋਂ ਤਿਆਰ ਪ੍ਰੀਪੇਡ ਕਾਲਮ ਵਿੱਚ ਜ਼ਿਕਰ ਕੀਤਾ ਜਾਵੇਗਾ ਅਤੇ ਜੇ ਭਾੜੇ ਦਾ ਇਨਕੋਟਮ ਅਤੇ ਹੋਰ ਖਰਚੇ ਇਕੱਠੇ ਕਰਨ ਦੇ ਆਧਾਰ 'ਤੇ ਹਨ ਜਿਨ੍ਹਾਂ ਤੁਸੀਂ ਸਾਰੀਆਂ ਦਾ ਜ਼ਿਕਰ ਕਰੋਗੇ, ਕਲੈਕਟ ਕਾਲਮ ਵਿੱਚ ਖਰਚੇ। ਨੋਟ: ਪ੍ਰੀਪੇਡ ਦਾ ਮਤਲਬ ਹੈ ਕਿ ਭਾੜੇ ਅਤੇ ਹੋਰ ਖਰਚਿਆਂ ਦਾ ਭੁਗਤਾਨ ਮੂਲ ਰੂਪ ਵਿੱਚ ਕੀਤਾ ਜਾਏਗਾ ਅਤੇ ਇਕੱਤਰ ਕਰਨ ਦੇ ਤਰੀਕਿਆਂ ਨਾਲ ਕੀਤਾ ਜਾਏਗਾ ਕਿ ਮਾਲ ਅਤੇ ਹੋਰਾਂ ਨੂੰ ਮੰਜ਼ਿਲ 'ਤੇ ਭੁਗਤਾਨ ਕੀਤਾ ਜਾਵੇਗਾ। ਸ਼ਿਪਰ ਜਾਂ ਉਸਦੇ ਏਜੰਟ ਦੇ ਦਸਤਖਤ। ਕਿਰਪਾ ਕਰਕੇ ਸਾਰੇ ਭਰੇ ਵੇਰਵਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਸ਼ਿਪਰ ਦਾ ਉਸਦੇ ਏਜੰਟ ਨੂੰ ਕਰਨਾ ਪਵੇਗਾ। ਇੱਥੇ ਦਸਤਖਤ ਕਰੋ। ਇਕਰਾਰਨਾਮਾ ਸਮੁੰਦਰੀ ਜਹਾਜ਼ ਭੇਜਣ ਵਾਲੇ ਅਤੇ ਕੈਰੀਅਰ ਦੇ ਵਿਚਕਾਰ ਹੁੰਦਾ ਹੈ। ਮਿਤੀ ਨੂੰ ਚਲਾਇਆ ਗਿਆ। ਇੱਥੇ ਉਹ ਤਾਰੀਖ ਦਾਖਲ ਕਰੋ
ਜਿਸ ਦਿਨ ਕਸਟਮ ਕੈਰੀਅਰਸ ਤੋਂ ਬਾਅਦ ਏਅਰਵੈਬਲ ਮੂਲ ਰੂਪ ਵਿੱਚ ਤਿਆਰ ਕੀਤੀ ਗਈ ਹੈ। ਸਥਾਨ: ਉਸ ਜਗ੍ਹਾ ਦਾ ਨਾਮ ਲਿਖੋ ਜਿੱਥੇ ਏਅਰਵੈਬਲ ਤਿਆਰ ਕੀਤਾ ਗਿਆ ਸੀ। ਜਾਰੀ ਕਰਨ ਵਾਲੇ ਕੈਰੀਅਰ ਜਾਂ ਇਸ ਦੇ ਏਜੰਟ ਦੇ ਦਸਤਖਤ: ਜਾਰੀ ਕਰਨ ਵਾਲੇ ਕੈਰੀਅਰ ਜਾਂ ਇਸ ਦੇ ਏਜੰਟ ਨੂੰ ਇੱਥੇ ਦਸਤਖਤ ਕਰਨੇ ਚਾਹੀਦੇ ਹਨ। ਹੇਠਾਂ ਦਿੱਤੇ ਸਾਰੇ ਵੇਰਵੇ ਏਅਰਲਾਈਨਸ ਦੁਆਰਾ ਮੁਹੱਈਆ ਕਰਵਾਏ ਜਾਣੇ ਹਨ। ਮਾਲ ਇਕੱਠਾ ਕਰਨ ਲਈ ਮਾਲ ਭੇਜਣ ਲਈ: 1. ਮੁਦਰਾ ਪਰਿਵਰਤਨ ਦਰਾਂ। 2. ਮੰਜ਼ਿਲ ਮੁਦਰਾ ਵਿੱਚ ਸੀਸੀ ਜਾਂਚ। 3. ਮੰਜ਼ਿਲ ਦੇ ਚਾਰਜ। 4. ਕੁੱਲ ਵਸੂਲੀ ਖਰਚੇ। ਕੈਰੀਅਰ ਦੁਆਰਾ ਜਾਰੀ ਕੀਤਾ ਗਿਆ ਏਅਰਵੈਬਲ ਇੱਕ ਮਾਸਟਰ ਏਅਰਵੈਬਲ ਹੈ। ਜੇ ਇੱਕ ਅਸਲ ਸ਼ਿਪਰ ਨੂੰ ਜਾਰੀ ਕੀਤਾ ਜਾਂਦਾ ਹੈ ਤਾਂ ਇਹ ਆਮ ਤੌਰ 'ਤੇ ਅਸਲ ਖੇਪ ਭੇਜਣ ਵਾਲਾ ਜਾਂ ਉਸ ਦੇ ਮਾਲ ਦੇ ਏਜੰਟ ਦਾ ਅੰਦਰਲੇ ਮੰਜ਼ਿਲ ਬੈਂਕ ਨੂੰ ਲੈਟਰ ਆਫ ਕ੍ਰੈਡਿਟ ਦੇ ਅਧੀਨ ਭੇਜਣ ਦਾ ਕੇਸ ਦਿਖਾਏਗਾ। ਜੇ ਇਹ ਕਿਸੇ ਫਾਰਵਰਡ ਨੂੰ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਫਾਰਵਰਡਾਂ ਦੀ ਸੂਚੀ ਮਾਲ ਭੇਜਣ ਵਾਲੇ ਵਜੋਂ ਮੰਜ਼ਿਲ ਦੇ ਸ਼ਿਪਰ ਅਤੇ ਫਾਰਵਰਡ ਦਾ ਏਜੰਟ ਜਾਂ ਦਫ਼ਤਰ ਦੇਵੇਗਾ। ਅਜਿਹੇ ਮਾਮਲਿਆਂ ਵਿੱਚ ਫਾਰਵਰਡ ਅਸਲ ਮਾਲ ਭੇਜਣ ਵਾਲੇ ਦੇ ਨਾਲ ਅਸਲ ਸ਼ਿਪਰ ਨੂੰ ਆਪਣਾ ਏਅਰਵੈਬਲ ਜਾਰੀ ਕਰੇਗਾ। ਅਜਿਹੀ ਏਅਰਵੈਬਲ ਨੂੰ ਹਾਊਸਵੈਬਲ ਕਿਹਾ ਜਾਂਦਾ ਹੈ। ਇਹ ਪੇਸ਼ਕਾਰੀ JBS ਅਕੈਡਮੀ ਦੁਆਰਾ ਤਿਆਰ ਕੀਤੀ ਗਈ ਇੱਕ ਟਿਊਟੋਰੀਅਲ ਹੈ ਜੋ ਉਪਭੋਗਤਾਵਾਂ ਦੀ ਸੂਖਮਤਾ ਸਿੱਖਣ ਵਿੱਚ ਸਹਾਇਤਾ ਕਰਦੀ ਹੈ। ਏਅਰਵੈਬਲ ਤਿਆਰ ਕਰ ਰਿਹਾ ਹੈ। ਇਹ ਸਾਧਾਰਨ ਦਿਸ਼ਾ ਨਿਰਦੇਸ਼ ਅਤੇ ਖਾਸ ਵੇਰਵੇ ਜੋ ਭੂਗੋਲਿਕ ਜਾਂ ਕਾਨੂੰਨੀ ਜ਼ਰੂਰਤਾਂ ਕਾਰਨ ਵੱਖਰੇ ਹੋ ਸਕਦੇ ਹਨ। For detailed learning of all logistics subjects, visit www.logiveda.com.